ਤੁਹਾਡਾ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਤੁਸੀਂ ਟਾਈਮ ਕੱਢ ਕੇ ਜਿਹੜੇ ਇੱਥੇ ਆਏ ਆ। ਮੈਂ ਤਾਂ ਇਹੀ ਤੁਹਾਨੂੰ ਕਨਵੇ ਕਰਨਾ ਸੀਗਾ ਵੀ ਕਿਸ ਤਰ੍ਹਾਂ ਜ਼ੀਰਕਪੁਰ ਨੂੰ ਲੁੱਟਣ ਵਾਸਤੇ ਕਿਸ ਤਰ੍ਹਾਂ ਦੇ ਹੱਥਕੰਡੇ ਆ ਜਿਹੜਾ ਇੱਥੇ ਜਿਹੜਾ ਪ੍ਰਧਾਨ ਹਲਕਾ ਇੰਚਾਰਜ ਤੇ ਈਓ ਵੱਲੋਂ ਅਪਣਾਏ ਜਾ ਰਹੇ ਆ। ਮੈਂ ਡਾਕੂਮੈਂਟਾਂ ਸਮੇਤ ਤੁਹਾਨੂੰ ਜਿਹੜਾ ਉਹ ਖੁਲਾਸਾ ਕਰਨਾ ਹੈਗਾ। ਤੁਸੀਂ ਦੇਖੋ ਵੀ ਪਿੱਛੇ ਮੈਂ ਦੱਸਿਆ ਸੀਗਾ ਕਿ ਇਹ ਧਰਮ ਨੂੰ ਵੀ ਨਹੀਂ ਬਖਸ਼ਦੇ ਪੈਸੇ ਇਕੱਠੇ ਕਰਨ ਵਾਸਤੇ। ਇਹਨਾਂ ਨੇ ਇੱਕ ਰੈਜੂਲੇਸ਼ਨ ਪਾਸ ਕਰਿਆ। ਉਸ ਰੈਜੂਲੇਸ਼ਨ 'ਚ ਲਿਖਿਆ ਹੋਇਆ ਸਪਲਾਈ ਐਂਡ ਇਰੈਕਸ਼ਨ ਆਫ ਡੈਕੋਰੇਟਿਵ ਪੋਲਸ ਐਂਡ ਲਾਈਟਸ ਔਨ ਅਪਰੋਚ ਰੋਡਸ ਗੁਰਦੁਆਰਾ ਸ੍ਰੀ ਨਾਭਾ ਸਾਹਿਬ MC ਜ਼ੀਰਕਪੁਰ 27,20,000 ਰੁਪਏ। ਹੁਣ ਡੈਕੋਰੇਟਿਡ ਲਾਈਟ 5,000 ਦੀ ਵੀ ਹੁੰਦੀ ਆ, 50,000 ਦੀ ਵੀ ਹੁੰਦੀ ਆ, ਅਲੱਗ ਅਲੱਗ ਰੇਟਾਂ ਦੀ ਹੁੰਦੀ ਆ। ਪਰ ਜਦੋਂ ਉਹਨੂੰ ਡਿਸਟਿੰਗੁਇਸ਼ ਕਰਨਾ ਬਕਾਇਦਾ ਉਹਦੀ ਪਹਿਲਾਂ ਲਾਈਟ ਦੀ ਕੁਆਲਿਟੀ ਚੈੱਕ ਕਰੀ ਜਾਂਦੀ ਆ, ਉਹਦਾ ਫਲੈਕਸ ਲੈਵਲ ਚੈੱਕ ਕਰਿਆ ਜਾਂਦਾ, ਉਹਦੀ ਪੋਲ ਦੀ ਕੁਆਲਿਟੀ ਚੈੱਕ ਕਰੀ ਜਾਂਦੀ ਆ, ਉਹਦੇ 'ਚ ਕਿੰਨੀ ਕਾਪਰ ਆਉਣੀ ਆ, ਕਿੰਨਾ ਅਰਥਿੰਗ ਆਉਣਾ, ਉਹਦੇ ਪੂਰੇ ਸੈਂਪਲ ਸਾਈਜ਼ ਸਾਰਾ ਕੁਛ ਲਿਖੇ ਜਾਂਦੇ। ਪਰ ਮੈਂ ਹੈਰਾਨ ਆ ਜਿਹੜਾ ਇਹਨਾਂ ਨੇ ਗੁਰਦੁਆਰਾ ਸਾਹਿਬ ਨਾਭਾ ਸਾਹਿਬ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਭਾਈ ਜੈਤਾ ਜੀ ਲੈ ਕੇ ਆਏ ਸੀਗੇ, ਉਹ ਮਹਾਨ ਸਥਾਨ ਆ, ਉਸ ਸਥਾਨ ਨੂੰ ਵੀ ਇਹਨਾਂ ਨੇ ਬਖਸ਼ਿਆ ਨਹੀਂ ਹੈਗਾ। ਟੈਂਡਰ ਜਿਹੜੇ ਹੈਗੇ ਆ ਪਹਿਲਾਂ ਤਾਂ ਕੋਈ ਵੀ ਸਪੈਸੀਫਿਕੇਸ਼ਨ ਜਾਂ ਕੋਈ ਵੀ ਕੁਛ ਵੀ ਨਾ ਤਾਂ ਟੈਂਡਰ 'ਚ ਲਿਖਿਆ ਵੀ ਕਿਹੜੀ ਲਾਈਟ ਲੱਗਣੀ ਹੈ, ਨਾ ਲਿਖਿਆ ਵੀ ਕਿੰਨਾ ਪੋਲ ਲੱਗਣਾ ਹੈਗਾ, ਕਿਹੜੀ ਕੁਆਂਟਿਟੀ ਦਾ ਲੱਗਣਾ, ਕਾਪਰ ਦਾ ਲੱਗਣਾ, ਦੂਸਰਾ ਲੱਗਣਾ, ਸਾਈਜ਼ ਲੱਗਣਾ, ਕਿਆ ਲੱਗਣਾ ਕਿਆ ਨਹੀਂ, ਕੁਛ ਵੀ ਨਹੀਂ ਲਿਖਿਆ। ਸਿੱਧੇ ਹੀ ਲਾਈਟਾਂ ਦਾ ਜਿਹੜਾ ਟੈਂਡਰ ਕਾਲ ਕਰਿਆ, ਉਹ ਟੈਂਡਰ ਕਾਲ ਕਰਨ ਵਾਸਤੇ ਵੀ ਓਪਨ ਨਹੀਂ ਹੋਇਆ। ਜਿਹੜੇ ਆਮ ਸਟਰੀਟ ਲਾਈਟ ਦੇ ਟੈਂਡਰ ਆ ਤੁਸੀਂ ਦੇਖਿਓ ਸਾਡੇ ਟਾਈਮ 'ਤੇ 50-50, 60-60% ਲੈਸ ਤੇ ਦਿੰਦੇ ਆ। ਇਹਨਾਂ ਨੇ ਇੱਕੋ ਹੀ ਕੰਪਨੀ ਜਿਹੜੀ ਮੈਂ ਪਹਿਲਾਂ ਕਿਹਾ ਤਾਂ JTS ਕੰਪਨੀ, ਉਹਦੇ ਨਾਲ ਰਿਲੇਟਡ ਦੋ ਜਿਹੜੀ ਹੋਰ ਕੰਪਨੀਆਂ, ਇੱਕ ਕਪੂਰ ਇਲੈਕਟ੍ਰੀਕਲ ਆ, ਇੱਕ ਵੈਕਟਰ ਇਲੈਕਟ੍ਰੀਕਲ, ਇੱਕ JTS ਕੰਸਟਰਕਸ਼ਨ ਕੰਪਨੀ, 3 ਕੰਪਨੀਆਂ ਤੋਂ ਟੈਂਡਰ ਲਿਆ। ਔਰ ਟੈਂਡਰ ਕਿੰਨੇ % ਲੈਸ ਤੇ ਆ? ਇੱਕ ਕੰਪਨੀ ਤੋਂ -0.25% ਲੈਸ, ਇੱਕ ਤੋਂ -1.95% ਲੈਸ, ਦੂਸਰੀ ਤੋਂ ਸਿਰਫ 3.37% ਲੈਸ ਤੇ ਲੈ ਕੇ ਉਸ ਕੰਪਨੀ ਨੂੰ 26 ਲੱਖ ਦਾ ਜਿਹੜਾ ਟੈਂਡਰ ਆ ਉਹ ਅਲਾਟ ਕਰਿਆ। ਔਰ ਅਲਾਟ ਕਿਸ ਟਾਈਮ ਕਰਿਆ ਦੇਖੋ ਤੁਸੀਂ। ਆਮ ਇੱਕ ਰੂਟੀਨ ਆ ਕਿ ਦਫ਼ਤਰ ਜਿਹੜਾ ਸਵੇਰੇ 9 ਵਜੇ ਖੁੱਲ੍ਹਦਾ ਆ ਅਤੇ 3 ਵਜੇ ਤੱਕ ਕਮੇਟੀ ਦਫ਼ਤਰ 'ਚ ਕੰਮ ਹੁੰਦਾ ਹੈਗਾ। ਤੁਸੀਂ ਕੋਈ ਕੰਪਲੇਂਟ ਕਰਨ ਚਲੇ ਜਾਓ, ਤੁਹਾਨੂੰ 2 ਵਜੇ ਵੀ ਕੋਈ ਅਫਸਰ ਨਹੀਂ ਲੱਭਦਾ। ਸਵੇਰੇ ਚਲੇ ਜਾਓ, ਤੁਹਾਨੂੰ ਸਫਾਈ ਦਾ ਉਹ ਬੁਰੀ ਹਾਲਤ ਆ, ਮਤਲਬ ਕੋਈ ਅਫਸਰ ਮਿਲੂਗਾ ਹੀ ਨਹੀਂ। ਪਰ ਇਸ ਇੱਕ ਕੰਪਨੀ ਨੂੰ ਫਾਇਦਾ ਪਹੁੰਚਾਉਣ ਵਾਸਤੇ ਜਿਹੜੀ JTS ਨੂੰ ਇਹ ਟੈਂਡਰ ਰਾਤ ਨੂੰ 7:52 ਤੇ 1 ਦਸੰਬਰ 2021 ਨੂੰ ਜਿਹੜਾ ਅਲਾਟ ਕਰਿਆ ਗਿਆ। ਮਤਲਬ 3 ਕੰਪਨੀਆਂ ਤੋਂ ਰਾਤ ਨੂੰ 8 ਵਜੇ ਦੱਸੋ ਕਿਹੜਾ ਆਫਿਸ ਲੱਗਦਾ ਹੈਗਾ ਰਾਤ ਨੂੰ ਟੂ ਸਪਲਾਈ ਐਂਡ ਇਰੈਕਸ਼ਨ ਆਫ ਡੈਕੋਰੇਸ਼ਨ ਪੋਲਸ ਐਂਡ ਲਾਈਟਸ ਔਨ ਅਪਰੋਚ ਰੋਡ ਆਫ ਗੁਰਦੁਆਰਾ ਸਾਹਿਬ। ਟੈਂਡਰ ID 220 DLG 75/939/21। ਟਾਈਮ ਕ੍ਰੀਏਟਡ ਟਾਈਮ ਡੇਟ ਟਾਈਮ 1 ਦਸੰਬਰ 2021 7:52 PM ਤੇ 8 ਵਜੇ ਰਾਤ ਨੂੰ ਇਹ ਟੈਂਡਰ ਸਿਰਫ 3% ਲੈਸ ਤੇ ਅਲਾਟ ਕਰਿਆ। ਜਿਹੜਾ ਕੰਮ ਮੇਰੇ ਹਿਸਾਬ ਨਾਲ 40 ਪੋਲਾਂ ਦਾ ਕੰਮ ਵੱਧ ਤੋਂ ਵੱਧ ਲਾ ਲਿਓ ਤੁਸੀਂ ਵੀ 7-8 ਲੱਖ ਰੁਪਏ 'ਚ ਹੋਣਾ ਦਾ, ਉਹ 26 ਲੱਖ ਰੁਪਏ ਦਾ ਅਲਾਟ ਇਹਨਾਂ ਨੇ ਕਰਿਆ। ਔਰ ਫਿਰ ਵੀ ਸ਼ਰਮ ਨਹੀਂ ਆਈ ਵੀ ਚਲੋ 10-12 ਲੱਖ ਰੁਪਏ ਦੀ ਤੁਸੀਂ ਠੱਗੀ ਮਾਰ ਰਹੇ ਇੱਕ ਟੈਂਡਰ 'ਚ। ਫਿਰ ਇਹਨਾਂ ਨੇ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਤਾਂ 1 ਤਰੀਕ ਨੂੰ ਇਹਨਾਂ ਨੇ ਕੰਪੈਰੇਟਿਵ ਸਟੇਟਮੈਂਟ ਬਣਾਈ। ਉਸ ਤੋਂ ਬਾਅਦ ਵਰਕ ਆਰਡਰ ਪਤਾ ਨਹੀਂ ਬੈਕ ਡੇਟ 'ਚ ਗਿਆ, 2 ਜਾਂ 3 ਤਰੀਕ ਨੂੰ ਵਰਕ ਆਰਡਰ ਦੇ ਆਉਣਾ। 10 ਦਿਨ ਬਾਅਦ 13 ਤਰੀਕ ਨੂੰ ਇਸ ਟੈਂਡਰ ਦੀ ਫੁੱਲ ਐਂਡ ਫਾਈਨਲ ਪੇਮੈਂਟ ਜਿਹੜੀ 100% ਉਹਨਾਂ ਨੂੰ ਕਰਤੀ ਠੇਕੇਦਾਰ।
और उस पेमेंट दे बकायदा लिखिया भी वर्क हैज बीन डन ऑन ग्राउंड एज पर PWD स्पैसीफिकेशन। ग्राउंड ते काम करिया। ਜਿਹੜਾ ਉਹਦਾ ਬਿੱਲ ਬਣਾਇਆ ਨਾ ਲਾਈਟਾਂ ਦਾ, ਉਹਦੇ 'ਚ ਲਾਇਆ ਵੀ ਇੰਸਟਾਲੇਸ਼ਨ ਆਫ ਪੋਲ, ਇੰਸਟਾਲੇਸ਼ਨ ਆਫ LED, ਇੰਸਟਾਲੇਸ਼ਨ ਆਫ ਬ੍ਰੈਕਟ, ਇੰਸਟਾਲੇਸ਼ਨ ਆਫ ਜਿਹੜਾ ਪੱਖ ਪੈਨਲ ਬਣਦਾ ਸੀਮੈਂਟ ਕੰਕਰੀਟ, ਇਹ ਵੀ ਉਹਦੇ 'ਚ ਲਿਖਿਆ ਵੀ 168 ਦਾ ਜਿਹੜਾ ਸੀਮੈਂਟ ਉੱਥੇ ਯੂਜ਼ ਕਰਿਆ ਗਿਆ। ਮਤਲਬ ਇਹ ਟੈਂਡਰ ਦੀ ਕਾਪੀ ਮੈਂ ਤੁਹਾਨੂੰ ਜਿਹੜਾ ਬਿੱਲ ਬਣਾਇਆ ਇਹਦੇ 'ਚ लिखा हुआ डेकोरेटिव पोल, डेकोरेटिव ब्लैक ब्रैकेट, डेकोरेटिव फिटिंग, HDPE पाइप, केबल ट्विन है। बाकी सारा कर कुर के उन्होंने 23,31,000 रुपये पेमेंट आ जी ये उस पार्टी नूं चैक कट के जी वो करती। आ देखो डेकोरेटिव ओल्ड TDS सप्लाई ऑफ गुड अर्थ मिट्टी भी पा दी, वो भी पेमेंट कर दी। ਤੇ ਪੋਲ 186 ਸੀਮਿੰਟ 116 ਦਾ ਲਾਇਆ ਗਾ ਉੱਥੇ ਤੇ 60 mm ਪ੍ਰੋਪਰ ਬਲੌਕ ਬਣਾਇਆ 60 mm ਦਾ ਤੇ 60 mm ਪੇਵਰ ਬਲੌਕ ਤੇ ਸੈਂਡ ਅੰਡਰ 올ਡ ਬਾਈਲਸ। ਆ ਬਿੱਲ ਜਿਹੜਾ ਬਣਾਇਆ ਨਾ ਉਹਦੇ ਸਾਰਾ ਕੁਝ ਸੈਂਡ ਇਹ ਉਹ ਔਰ ਇਹ ਸਰਟੀਫਾਈਡ कर दिया भी ये एज पर स्पैसीफिकेशन ऑन ग्राउंड पे इंस्टॉल कर दिया। मतलब सीमेंट की पेमेंट कर दी, रेता बाजरी की पेमेंट कर दी, पफ पैनल की पेमेंट कर दी, तारां की पेमेंट कर दी, टोटल 100% जी पेमेंट वो करती 13 तरीक को 13 दिसंबर 13/12 तो मेरे ख्याल 2 या 3 तरीक को वर्क ऑर्डर मतलब 10 दिन बाद पैसे दे के खुरद बुरद इन्होंने सारे कर दिए। एक्चुअली ठेकेदार के अकाउंट च चैक दे के तो कैश जो मैनू पता लग्या प्रधान से ही उन्हें कैश वो पैसे ले लिए। जदों मेरी नज़र च 15 तरीक को आया 15 दिसंबर को मैं सैकटरी साहब नूं कंप्लेंट करी भी मौके के उत्ते नगर कौंसल के अधिकारियों वालों ठेकेदार रल के घपला करन संबंधी चीफ विजिलेंस ऑफिसर नूं मैं कंप्लेंट करी भी इत्थे जिहड़ी डेकोरेटेड लाइटां कोई भी इंस्टॉल नहीं होईयां मौके ते इन्हां ने 100% पेमेंट जिहड़ी वो करती। पर मैनूं अफसोस आ भी जिहनूं मैं कंप्लेंट करी उन्हें उसे दफ्तर नूं भेज दिया इनकुआरी वास्ते भी तुसीं दसो भी ये पोल लगे कि नहीं लगे। हुण पोल तो साइड ते लगे नहीं, तो EO ये भी नहीं लिख सकता था भी पोल इंस्टॉल हो गए। उन्हें लिख के गोल मोल एक चिट्ठी भेजती भी जिहड़े लाइट्स हैं डेकोरेटेड लाइट्स एट ग्राउंड ते एक भी पोल आ जिहड़ा वो इंस्टॉल नहीं करिया पर स्टोर च पए आ। कदे पॉसीबल ही नहीं हुंदा भी ठेकेदार दे जिहड़ा सारा समान आ जीरकपुर दा वो कमेटी दे स्टोर च होए क्यों कदे रखे नहीं जांदा। लिखित तौर ते दित्ता हाँ EO ने लिखित तौर ते जिहड़ा ओनू अपना ADC नूं दित्ता ये EO ग्रीस वर्मे भी जिहड़े पोल कारज साधक अफसर जीरकपुर ने लिखा भी उपरोक्त संबंधी इन्हां लाइटां दे 27,20,000 रुपये के टेंडर 25/3/2021 को लगाए गए थे जो कि फर्म GST कंस्ट्रक्शन नूं वार्ड नंबर 40 मिति 13/2/2021 3/12 नूं इहनूं वर्क ऑर्डर दिया 3 तरीक नूं राही अलाट किया गया सी। इस दफ्तर के JE ईसान AME दमनदविंदर ME नरिंदर कुमार वालों एक बिल मुबलिक 23,31,488 रुपये का मिति 10/12/2001 नूं MB नंबर 198 दे पेज नंबर 2 ते 3 ते बनाया गया सीगा। 3 तरीक नूं काम अलाट हो रहा, उस तो बाद वर्क ऑर्डर देना, उस तो बाद उन्हां पोलां जिहड़ी कंपनी च बनने आ उहदी स्पैसीफिकेशन चेंज करनी, ਉਹਦਾ सारा कुछ चैक करन तो बाद लगन तो 7 दिनों के अंदर अंदर टोटल 100% पेमेंट इंस्टॉलेशन की भी कर दी। मतलब 7 दिनों जद कि इसी तरीक नूं जिहड़े टेंडर लॉट होए ना किसी नूं भी वर्क ऑर्डर नहीं दिया। उन्हें लिखा फिर अगे निमन हस्ताक्षर वालों सप्लाई नहीं अच्छा जो कि सप्लाई की मात्रा बिल अनुसार सही पाएगी। ये पोल स्टोर विच हन, इन्हां नूं अजे तक मौके ते
ਇੰਸਟਾਲ ਨਹੀਂ ਕੀਤਾ ਗਿਆ, ਲਿਹਾਜ਼ਾ ਰਿਪੋਰਟ ਅਗਲੇਰੀ ਕਾਰਵਾਈ ਹਿਤ ਆਪ ਜੀ ਨੂੰ ਪੇਸ਼ ਹੈ ਜੀ। ਈਓ ਨੇ ਕਹਿ ਦਿਆ ਵੀ ਮੌਕੇ ਤੇ ਕੋਈ ਪੋਲ ਇੰਸਟਾਲ ਨਹੀਂ ਕਰਿਆ ਗਿਆ, ਪਰ ਇਹ ਸਟੋਰ 'ਚ ਪਈ ਆ। ਵੈਸੇ ਪੇਮੈਂਟ ਕੰਮ ਹੋਣ ਤੋਂ ਕਿੰਨੇ ਦਿਨ ਬਾਅਦ ਕੀਤੀ ਜਾਂਦੀ ਹੈ? ਜਿਹੜੀ ਪੇਮੈਂਟ ਆ ਨਾ ਜੀ, ਜਦੋਂ ਕੰਮ ਮੌਕੇ ਦੇ ਉੱਤੇ ਹੋ ਜਾਂਦਾ ਆ, ਉਸ ਤੋਂ ਬਾਅਦ ਪ੍ਰਧਾਨ, ਈਓ, ਐਮਈ, ਜੇਈ ਜਾ ਕੇ ਮੌਕੇ ਤੇ ਇੰਸਪੈਕਸ਼ਨ ਕਰਦੇ ਆ, ਉਹਦੀ ਸਪੈਸੀਫਿਕੇਸ਼ਨ ਚੈੱਕ ਕਰਦੇ ਆ, ਉਹਦਾ ਫਲੈਕਸ ਲੈਵਲ ਚੈੱਕ ਕਰਦੇ ਆ, ਉਹਦੀ ਰਿਪੋਰਟ ਲੈਂਦੇ ਆ, ਪੋਲ ਦੀ ਕੁਆਲਿਟੀ ਚੈੱਕ ਕਰਦੇ ਆ। ਉਸ ਤੋਂ ਬਾਅਦ ਪੇਮੈਂਟ ਜਿਹੜੀ ਆ ਨਾ 85% ਪੇਮੈਂਟ ਕਰੀ ਜਾਂਦੀ ਆ, 10% 15% ਪੇਮੈਂਟ ਸਿਕਿਉਰਿਟੀ ਵਜੋਂ ਰੱਖੀ ਜਾਂਦੀ ਆ। ਕੰਮ ਹੋਣ ਤੋਂ ਪਹਿਲੇ ਕਰੀ ਜਾਂਦੀ ਪੇਮੈਂਟ? ਬਾਅਦ 'ਚ ਜਦੋਂ ਹੋ ਜਾਂਦੀ ਆ, ਕੋਈ ਮਹੀਨੇ 2 ਮਹੀਨੇ ਬਾਅਦ ਪੇਮੈਂਟ ਹੁੰਦੀ ਆ, ਸਾਰਾ ਕੁਝ ਚੈੱਕਅਪ ਕਰਕੇ ਟੋਟਲ। ਪਹਿਲਾਂ ਕੋਈ ਪੇਮੈਂਟ? ਇਹ ਰੂਟੀਨ ਪਹਿਲਾਂ ਕੋਈ ਪੇਮੈਂਟ ਨਹੀਂ ਕਰੀ ਗਈ ਔਰ ਕਦੇ ਵੀ ਨਹੀਂ ਕਰੀ ਇਸ ਕਮੇਟੀ ਨੇ। ਇਸ ਕੇਸ ਵਿੱਚ ਸਿਕਿਉਰਿਟੀ ਰੱਖੀ ਹੀ ਨਹੀਂ 15%? ਇਸ ਕਮੇਟੀ ਨੇ ਸਿਕਿਉਰਿਟੀ ਕੱਟ ਕੇ ਬਾਕੀ ਸਾਰੀ ਪੇਮੈਂਟ ਕਰਤੀ, ਐਡਵਾਂਸ ਹੀ ਕਰਦੀ। ਹਾਂ, ਬਾਕੀ ਸਾਰੀ ਐਡਵਾਂਸ ਹੀ ਕਰਦੀ। ਨਾ ਪੋਲ ਲੱਗਿਆ, ਨਾ ਇਹ ਵੀ ਕਰਦੀ ਵੀ ਇੱਥੇ 1.816 ਦਾ ਸੀਮੈਂਟ ਪਾਇਆ ਗਿਆ, ਇਹ ਵੀ ਕਰਦੀ ਵੀ ਇੱਥੇ ਫਿਲਿੰਗ ਕਰੀ ਗਈ ਖੱਡੇ 'ਚ, ਖੱਡਾ ਪੱਟਣ ਦੀ ਵੀ ਕਰਤੀ। ਹੁਣ ਕੰਮ ਹੋਇਆ ਹੈ ਨਹੀਂ ਹੋਇਆ? ਮੈਂ ਤੁਹਾਨੂੰ ਅੱਗੇ ਦੱਸ ਰਿਹਾ ਜੀ, ਏਡੀਸੀ ਨੇ, ਅਰਬਨ ਨੇ ਸੈਕਟਰੀ ਸਾਹਿਬ ਨੂੰ ਲਿਖ ਕੇ ਭੇਜਤਾ ਵੀ ਇਹ ਜਿਹੜੀ ਪੇਮੈਂਟ ਆ ਇਹ ਟੋਟਲੀ ਗਲਤ ਕਰੀ ਗਈ ਆ, ਵੀ ਪੇਮੈਂਟ ਐਡਵਾਂਸ 'ਚ ਕਰਨੀ ਓ ਨਹੀਂ ਬਣਦੀ ਤੀ 100%, ਨਾ ਕਦੀ ਹੋਈ ਆ, ਵੀ ਇਸ ਕਰਕੇ ਵੀ ਸੰਬੰਧਿਤ ਅਧਿਕਾਰੀ ਜਿਨ੍ਹਾਂ ਨੇ ਵੀ ਪੇਮੈਂਟ ਕਰੀ ਆ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਜਿਹੜੀ ਉਹ ਕਰੀ ਜਾਏ। ਪਰਸੋਂ ਆ ਲਿਖ ਕੇ ਭੇਜੇ, ਕਿੱਥੇ ਉਹ ਚਿੱਠੀ? ਆ ਏਡੀਸੀ ਦੀ ਚਿੱਠੀ ਆ ਏਡੀਸੀ ਨੇ ਬਕਾਇਦਾ ਤਖਮੀਨੇ, ਟੈਂਡਰ ਸਾਰਾ ਕੁਝ ਲਾ ਕੇ ਨਾ ਜੀ, ਇੱਕ ਵਾਰ ਇਧਰ ਕਰਨਾ ਕੈਮਰਾ, ਆ ਚਿੱਠੀ ਆ। ਠੀਕ ਹੈ, ਇਹਦੇ 'ਚ ਉਹਨਾਂ ਨੇ ਇਹ ਲਿਖਿਆ ਹੈ, ਕਿਉਂਕਿ CSR ਨੰਬਰ ਦਰਜ ਨਹੀਂ ਹੈ, ਇਹ ਲਿਖਿਆ ਦੇਖੋ, ਤਖਮੀਨਾ ਸਪਲਾਈ ਐਂਡ ਰੈਕਸ਼ਨ 27 ਲੱਖ ਦਾ ਤੇ ਵਰਕ ਆਰਡਰ ਵੀ ਸਪਲਾਈ ਐਂਡ ਰੈਕਸ਼ਨ ਦਾ ਹੈ। ਇਸ ਨਾਲ ਨੱਥੀ ਕੰਮ ਦੀ ਡਿਟੇਲ ਨੰਬਰ 1 2 4 ਆਈਟਮਾਂ ਦੇ ਰੇਟ ਕਿੱਥੋਂ ਫਿਕਸ ਕੀਤੇ ਪਤਾ ਨਹੀਂ ਚੱਲਦਾ। ਆਹ ਦੇਖ ਲਿਓ ਤੁਸੀਂ, ਜਿਹੜਾ ਤਖਮੀਨਾ ਮਤਲਬ ਇਹ ADC ਲਿਖ ਰਿਹਾ, ਤਖਮੀਨਾ ਸਪਲਾਈ ਐਂਡ ਰੈਕਸ਼ਨ ਦਾ 27,20,000 ਦਾ ਸੀ। ਸਪਲਾਈ ਐਂਡ ਰੈਕਸ਼ਨ ਮਤਲਬ ਸਮਾਨ ਵੀ ਲਿਆਉਣਾ ਤੇ ਉਹਨੂੰ ਫਿੱਟ ਕਰਨ ਦਾ ਵੀ ਹੈਗਾ, ਅਤੇ ਵਰਕ ਐਂਡ ਆਰਡਰ ਵੀ ਸਪਲਾਈ ਐਂਡ ਰੈਕਸ਼ਨ ਦਾ, ਜਿਹੜਾ ਵਰਕ ਆਰਡਰ ਉਹਨੂੰ ਦਿਆ, ਵਰਕ ਆਰਡਰ ਮਤਲਬ ਕੰਮ ਸਟਾਰਟ ਕਰਨ ਤੋਂ ਪਹਿਲਾਂ ਦਿਆ ਜਾਂਦਾ, ਉਸ ਵਰਕ ਆਰਡਰ 'ਚ ਬਕਾਇਦਾ ਲਿਖਿਆ ਜਾਂਦਾ ਵੀ ਇਹ ਕੁਆਲਿਟੀ ਹੋਊਗੀ, ਇਹ ਕੁਆਂਟੀਟੀ ਹੋਊਗੀ, ਇਸ ਤਰ੍ਹਾਂ ਤੁਸੀਂ ਇਸ ਸਾਈਟ ਤੇ ਜਿਹੜਾ ਉਹ ਲਾਣਾ ਹੈਗਾ, ਤੇ ਨਾਲ ਨੱਥੀ ਕੰਮ ਦੀ ਡਿਟੇਲ 1 2 4 ਆਈਟਮਾਂ ਦੇ ਰੇਟ ਕਿੱਥੋਂ ਫਿਕਸ ਕੀਤੇ ਗਏ ਪਤਾ ਨਹੀਂ ਚੱਲਦਾ। ਯਾਨੀ ADC ਲਿਖ ਰਹੀ ਆ ਵੀ ਜਿਹੜੀਆਂ ਆਈਟਮਾਂ ਦਾ ਬਿੱਲ ਪੇਮੈਂਟ ਕਰਦੀ ਉਹਦੇ ਰੇਟ ਕਿੱਥੋਂ ਲਏ, ਕਿਸ ਤਰ੍ਹਾਂ ਲਏ, ਕਿਤੋਂ ਅਪਰੂਵ ਕਰਵਾਏ ਆ, ਕੁਝ ਨਹੀਂ ਪਤਾ। ਮੈਂ ਹੁਣ ਤੁਹਾਨੂੰ ਦੱਸਦਾ, ਕਿਉਂਕਿ CSR ਨੰਬਰ ਦਰਜ ਨਹੀਂ, CSR ਨੰਬਰ ਕੋਈ ਦਰਜ ਹੀ ਨਹੀਂ, ਕਿਉਂਕਿ CSR ਬਣਾਈ ਹੋਈ ਹੈ। ਇੱਕ CSR ਬਣਦੀ ਆ 27,20,000 ਦੀ CSR ਬਣਨੀ ਸੀ, ਵੀ ਇਹਦੇ 'ਚ ਲਾਈਟ ਕਿੰਨੇ ਦੀ ਆ, ਇਹਦੇ 'ਚ ਬੱਲਬ ਕਿੰਨੇ ਦਾ, ਇਹਦੇ 'ਚ ਫਲਾਣਾ ਕਿੰਨੇ ਦਾ, ਢਿਮਕਾ ਕਿੰਨੇ ਦਾ, ਫਿਰ ਉਹ 27 ਲੱਖ ਦਾ ਟੈਂਡਰ ਬਣਨਾ ਸੀਗਾ, ਉਹ ਹੈ ਹੀ ਨਹੀਂ। CSR ਰੇਟ ਹੈ ਹੀ ਨਹੀਂ। ਇਹ ਮੈਂ ਨਹੀਂ ਕਹਿ ਰਿਹਾ, ਇਹ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ SS ਨਗਰ, ਇਹ ADC ਅਰਬਨ ਕਹਿ ਰਹੀ ਆ ਵੀ ਜੋ ਕਿ ਰੂਲਾਂ ਦਾ ਅਨੁਸਾਰ, ਇਸ ਤੋਂ ਇਲਾਵਾ ਇਹ ਉਹਨੇ ਕਿਹਾ ਕਿ CSR ਨੰਬਰ ਦਰਜ ਹੈ, ਇਸ ਤੋਂ ਇਲਾਵਾ ਕਾਰਜ ਸਾਧਕ ਅਫਸਰ ਦੀ ਰਿਪੋਰਟ ਨੰਬਰ 4 ਅਨੁਸਾਰ ਸਮਾਨ ਦੀ ਮੁਕੰਮਲ ਪੇਮੈਂਟ ਕਰ ਦਿੱਤੀ ਗਈ, ਜੋ ਰੂਲਾਂ ਹਦਾਇਤਾਂ ਅਨੁਸਾਰ ਨਹੀਂ ਕਰਨੀ ਬਣਦੀ ਸੀ, ਕਿਉਂਕਿ ਮੌਕੇ ਤੇ ਕੰਮ ਨਹੀਂ ਹੋਇਆ। ਇਸ ਲਈ ਸੰਬੰਧਿਤ ਅਧਿਕਾਰੀ ਕਰਮਚਾਰੀਆਂ ਵਿਰੁੱਧ ਕਾਰਵਾਈ ਕਰਨ ਦੀ ਕਿਰਪਾਲਤਾ ਕੀਤੀ ਜਾਵੇ ਜੀ। ਇਹ ਸੈਕਟਰੀ ਨੇ ਲਿਖ ਦਿਆ। ਔਰ ਤੁਸੀਂ ਦੇਖੋ, ਮੈਂ ਇਹ ਲੈਟਰ ਹੈਗੀ ਆ 31/12/2021, 31/12/2021 ਦੀ ਇਹ ਲੈਟਰ। ਅੱਜ ਕਿੰਨੀ ਤਰੀਕ ਹੋਗੀ ਤੁਸੀਂ ਆਪ ਦੇਖ ਲਿਓ, 18 ਹੋ ਗਈ। ਸੈਕਟਰੀ ਸਾਹਿਬ ਨੂੰ ਮੰਤਰੀ ਜੀ ਔਰ ਹਲਕਾ ਇੰਚਾਰਜ ਜਾ ਕੇ ਬੈਠ ਜਾਂਦੇ ਆ, ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਪਹਿਲੀ ਗੱਲ ਤਾਂ। ਦੂਸਰੀ ਗੱਲ ਆ ਵੀ ਜਦੋਂ ਮੈਟਰ ਅੰਡਰ ਇਨਕੁਆਰੀ ਹੋਏ, ਦੇਖੋ ਸਰਕਾਰੀ ਡਿਪਾਰਟਮੈਂਟ ਆ, ਇਨਕੁਆਰੀ ਚੱਲ ਰਹੀ ਆ, ਸੈਕਟਰੀ ਨੇ ਲਿਖ ਦਿਆ ਵੀ ਇਹਦੀਆਂ ਸਪੈਸੀਫਿਕੇਸ਼ਨਾਂ ਨਹੀਂ, ਇਹਦੀ CSR ਨਹੀਂ, ਇਹਦਾ ਕੁਝ ਨਹੀਂ ਹੈ। ਫਿਰ ਇਹਨਾਂ ਨੂੰ ਕਿਹੜੀ ਭੀੜ ਪੈ ਗਈ ਤੀ ਰਾਤ ਨੂੰ, ਰਾਤ 11:30 ਵਜੇ ਰਾਤ ਨੂੰ ਪੋਲ ਕੱਢ ਰਹੇ ਤੇ ਉੱਥੇ ਰਾਤ
ਕੱਲ ਰਾਤ ਨੂੰ 11:30 ਵਜੇ ਇਹਨਾਂ ਨੇ 9 ਵਜੇ ਕੰਮ ਸ਼ੁਰੂ ਕਰਿਆ, ਰਾਤ ਨੂੰ 12 1 2 ਵਜੇ ਤੱਕ ਕੰਮ ਸਟਾਰਟ ਕਰਿਆ। ਜਦੋਂ ਉੱਥੇ ਮੀਡੀਆ ਪਹੁੰਚ ਗਿਆ, ਉੱਥੇ ਅਸੀਂ ਸੀ ਵਿਜ਼ਲ ਐਪ ਤੇ ਪਾਇਆ, ਉਹਨਾਂ ਦੀ ਗੱਡੀ ਇਲੈਕਸ਼ਨ ਕਮਿਸ਼ਨ ਦੀ ਪਹੁੰਚ ਗਈ। ਫਿਰ ਉਹ ਕੁਝ ਬੰਦੇ ਛੱਡ ਕੇ ਜਿਹੜੇ ਭੱਜੇ। ਮਤਲਬ ਤੁਸੀਂ ਦੱਸੋ ਵੀ ਜਿਹੜਾ ਮੈਟਰ ਅੰਡਰ ਇਨਵੈਸਟੀਗੇਸ਼ਨ ਹੋਏ ਵਿਜੀਲੈਂਸ ਸਰਕਾਰ ਦਾ, ਇਹ ਰਾਤ ਨੂੰ ਉੱਥੇ ਪੋਲ ਗੱਡ ਸਕਦੇ, ਜਿਹਦੀ ਕੋਈ ਸਪੈਸੀਫਿਕੇਸ਼ਨ ਵੀ ਨਹੀਂ, ਜਿਹਦੀ ਕੋਈ ਕੁਝ ਵੀ ਨਹੀਂ ਹੈ। ਦੂਸਰਾ ਮੈਂ ਹੁਣ ਤੁਹਾਨੂੰ ਰੇਟ ਵੀ ਦੱਸ ਦਿਆਂ, ਜਿਹੜਾ ਮੈਂ ਤੁਹਾਨੂੰ ਬੁਲਾਇਆ ਯਾਰ। ਚੋਣ ਜ਼ਾਬਤੇ ਦੌਰਾਨ ਇਹ ਕੰਮ ਕਰ ਸਕਦੇ ਆ? ਚੋਣ ਜ਼ਾਬਤੇ ਦੌਰਾਨ ਵੀ ਨਹੀਂ ਕਰ ਸਕਦੇ ਨਵਾਂ ਕੰਮ ਸਟਾਰਟ। ਨੰਬਰ 1, ਕੰਮ ਸਟਾਰਟ ਨਹੀਂ ਕਰ ਸਕਦੇ। ਜਿਸ ਕੰਮ ਦੀ ਪੇਮੈਂਟ ਅੱਜ ਤੋਂ ਮਹੀਨਾ ਪਹਿਲਾਂ ਹੋਗੀ, ਜਿਹਦੀ ਇਨਕੁਆਇਰੀ ਚੱਲ ਰਹੀ ਹੈ, ਜਿਹਦੀ CBI ਇਨਕੁਆਇਰੀ ਚੱਲ ਰਹੀ ਆ, ਉਹ ਰਾਤ ਨੂੰ ਅੱਧੀ ਰਾਤ ਕਿਸ ਤਰ੍ਹਾਂ ਲਾ ਸਕਦੇ? ਮੈਂ ਇਲੈਕਸ਼ਨ ਕਮਿਸ਼ਨ ਨੂੰ ਵੀ ਮਿਲੂੰਗਾ ਵੀ ਅਫਸਰਾਂ ਦੀ ਦੇਖ ਲਿਓ ਤੁਸੀਂ ਵੀ ਕਿੱਡਾ ਹੱਦ ਹੋਈ ਪਈ ਆ। ਇਹ ਰੇਟ ਦੇ ਯਾਰ ਕਾਪੀ ਤੇ ਰੇਟਾਂ ਵਾਲੀ ਆ ਲੈ, ਆਹ ਰੇਟ ਦੇਖੋ ਕਿੰਨਾ। ਮੈਂ ਤੁਹਾਨੂੰ ਦੱਸਾਂ ਵੀ ਕਿਸ ਹੱਦ ਤੱਕ ਠੱਗੀ ਵੱਜ ਜਾਂਦੀ ਹੈ। ਆਹ ਰਾਤ 11:30 ਵਜੇ 12 ਵਜੇ 2 ਵਜੇ ਤੱਕ ਪੋਲ ਗੱਡੇ ਆ ਜਿਹੜੇ ਹੁਣ ਵੀ ਕੱਚੇ ਪਏ ਆ। ਦੇਖੋ ਤੁਸੀਂ ਇਹ ਪੋਲ ਦਾ ਜੀ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਆਹ ਗੱਡ ਰਹੇ, ਦੇਖੋ ਆਹ ਦੇਖੋ, ਬਣਦੇ ਦੀ ਆਪਾਂ ਵੀਡੀਓ ਬਣਾਈ ਹੈ ਮੌਕੇ ਤੇ। ਆਹ ਰਾਤ ਗੱਡ ਰਹੇ ਤੇ ਜਦੋਂ ਮੌਕੇ ਤੇ ਆਹ ਲਿਫਾਫਾ ਵੀ ਨਹੀਂ ਹਜੇ ਚੜਿਆ, ਨਾਲ ਲਾਈਟ ਜਲਦੀ ਆ। ਆਹ ਦੇਖੋ ਸਟਰੀਟ ਲਾਈਟ ਨਾਲ ਜਗ ਰਹੀ ਆ ਰਾਤ ਨੂੰ, ਉਹਦੀ ਜੜ ਚ ਪੋਲ ਕੱਢਦੇ। ਆਹ ਦੇਖ ਆਹ ਪੇਚ ਲੱਗੇ ਹੋਏ ਆ, ਆਹ ਮਾਪ ਪੈਨਲ ਭਰਿਆ ਜਾ ਰਿਹਾ। ਆਹ ਲੱਗਿਆ ਨਹੀਂ ਤਾਂ ਜੀ, ਉਸ ਤੋਂ ਪਹਿਲਾਂ ਦੀ ਆਪਾਂ ਵੀਡੀਓ ਬਣਾਈ ਆ। ਜਦੋਂ ਵੀਡੀਓ ਪ੍ਰੈਸ ਰਿਪੋਰਟਰ ਤਾਰ ਕੇ ਆ ਗਏ, ਉਸ ਤੋਂ ਬਾਅਦ ਸਾਰੀ ਰਾਤ ਉੱਥੇ ਲਾਉਂਦੇ ਰਹੇ ਪੋਲ। ਇਹ ਗੁਰਦੁਆਰਾ ਦੀ ਪਾਰਕਿੰਗ 'ਚ ਹੋਇਆ ਜੀ ਇਹ ਕੰਮ? ਇਹ ਇਹਨਾਂ ਨੇ ਦੇਖਿਆ ਵੀ ਹੁਣ ਰੌਲਾ ਪੈ ਗਿਆ, ਜਿਹੜੀ ਨਾਭਾ ਤੋਂ ਗੁਰਦੁਆਰੇ ਨੂੰ ਰੋਡ ਆਉਂਦੀ ਹੈ ਨਾ, ਦਰਗਾਹੀ ਸਾਹਿਬ ਪੀਰ, ਜਿੱਥੇ ਖਾਲੀ ਜਗ੍ਹਾ ਪਈ ਜ਼ਮੀਨ ਪਈ ਆ, ਦੋਨੇ ਪਾਸੇ ਜ਼ਮੀਨ ਆ, ਖੇਤ ਆ ਜਿਹੜੇ ਟਰਾਈ ਸਿਟੀ ਦੀ ਬੈਕ ਸਾਈਡ ਤੇ, ਉਹਨਾਂ ਖੇਤਾਂ ਵਾਲੀ ਰਸਤੇ ਤੇ ਇਹਨਾਂ ਨੇ ਰਾਤ ਨੂੰ ਗੱਡਣ ਲੱਗੇ ਵੀ ਤਾਂ ਕਿ ਆਪਾਂ ਕਹਿ ਦਾਂਗੇ ਵੀ ਇਹ ਤਾਂ ਪੋਲ ਗੁਰਦੁਆਰਾ ਸਾਹਿਬ ਨਹੀਂ ਜੀ, ਇੱਥੇ ਗੱਡੇ ਹੋਏ ਤੇ ਉਹਨਾਂ ਨੂੰ ਛਪਾਣੇ ਵਾਸਤੇ। ਰਾਤ ਨੂੰ ਇਹ ਪਿੰਡ ਵਾਲੇ ਵੀ ਆ ਗਏ, ਹੋਰ ਆ ਗਏ, ਆਪਾਂ ਛਾਪ। ਆਹ ਦੇਖੋ ਗੁਰਦੁਆਰਾ ਸਾਹਿਬ ਦੇ ਸਾਹਮਣੇ ਨਹੀਂ ਲਾਏ, ਖਾਲੀ ਜ਼ਮੀਨ ਆ ਬਿਲਕੁਲ ਦੋਨੇ ਪਾਸੇ, ਨਾ ਇੱਧਰ ਕੋਈ ਨਾ ਗੁਰਦੁਆਰਾ ਸਾਹਿਬ ਦਾ ਵੀ ਡੈਕੋਰੇਟਡ ਲਾਈ, ਨਾ ਇੱਧਰਲੇ ਪਾਸੇ ਕੋਈ ਆਬਾਦੀ ਆ, ਨਾ ਇੱਧਰਲੇ ਪਾਸੇ ਖਾਲੀ ਜ਼ਮੀਨ ਆ। ਉੱਥੇ ਆਲਰੇਡੀ ਆ ਦੇਖੋ ਸਟਰੀਟ ਲਾਈਟਾਂ ਜਲ ਰਹੀਆਂ, ਸਟਰੀਟ ਲਾਈਟਾਂ ਸਾਰੀਆਂ ਜਲ ਰਹੀਆਂ। ਔਰ ਪੋਲ ਦੀ ਕੀਮਤ ਦੇਖੋ ਤੁਸੀਂ, ਇਹ ਜਿਹੜਾ ਪੋਲ ਆ ਨਾ ਇੰਨਾ, ਇਹਦੀ ਕੀਮਤ ਹੈਗੀ 34,450 ਰੁਪਏ। ਦੇਖ ਲਿਓ, ਮੇਰੇ ਕੋਲ 5-7 ਹਜ਼ਾਰ ਦਾ ਪੋਲ ਹੋਣਾ, ਵੱਧ ਤੋਂ ਵੱਧ 10,000 ਤੁਸੀਂ ਆਪ ਸਪਲਾਈ ਕਰ ਦਿਓਗੇ। ਆਹ ਦੇਖ ਆਹ ਪੋਲ ਦੀ ਇਕੱਲੇ ਇਹਦੀ ਲਾਈਟ ਦੀ ਨਹੀਂ, ਮੈਂ ਅੱਗੇ ਜਾ ਰਿਹਾ, ਇਹ ਸਿਰਫ ਇਸ ਇੰਨੇ ਕੁ ਪੋਲ ਦੀ ਸਿੱਧੇ 27,000 ਨਾ 34,450 ਰੁਪਏ। ਇਸ ਤੋਂ ਬਾਅਦ ਆ ਜਾਓ ਜੀ ਬ੍ਰੈਕਟ, ਡੈਕੋਰੇਟਿਵ ਬ੍ਰੈਕਟ। ਆਹ ਜਿਹੜੀ ਇੰਨੀ ਕੁ ਘੁੱਗੀ ਜੀ ਆ, ਆਹ ਜਿਹੜੀ ਆਹ ਬ੍ਰੈਕਟ ਆ, ਇਹਦੀ ਵੈਲਿਊ ਹੈਗੀ ਆ 8125 ਰੁਪਏ। ਆਹ ਜਿਹੜੀ ਛੋਟੀ ਜਿਹੀ ਆ। ਇਸ ਤੋਂ ਬਾਅਦ ਆ ਜੋ ਆਹ ਲਾਈਟ ਜਿਹੜੀ ਮੂਹਰੇ ਲੱਗੀ ਆ ਫਰੰਟ ਤੇ, ਆਹ ਜਿਹੜੀ ਲਾਈਟ ਆ ਅਗਲੇ ਪਾਸੇ ਆ ਢੱਕਣ ਜਾ, ਇਹਦੀ ਕੀਮਤ ਹੈਗੀ ਆ 20,475 ਰੁਪਏ। 60,000। ਆਹ ਦੇਖ ਲਈ ਤੁਸੀਂ, ਆਹ ਜਿਹੜੀ ਕੱਲੀ ਇਹ ਘੁੱਗੀ ਜੀ ਨਾ ਛੋਟੀ ਜੀ ਢੱਕਣ ਜਾ, ਮੇਰੇ ਕੋਲ 500 ਨਹੀਂ ਤਾਂ 1000 ਰੁਪਏ ਕਹੋ, 2000 ਕਹੋ ਵੱਧ ਤੋਂ ਵੱਧ ਹੈ। ਬੱਲੇ ਤਾਂ ਵੀ ਤੁਹਾਨੂੰ ਦੱਸਦੇ ਆ 120 ਦੀ LED ਔਰ 968 ਰੁਪਏ ਦਾ ਬੱਲਬ ਆ ਵਿੱਚ, 120 ਵਾਟ ਦਾ। ਅੱਛਾ 968 ਦਾ ਬੱਲਬ ਆ, ਐਲੂਮੀਨੀਅਮ ਕੇਬਲ 2 ਕੋਰ, ਕਿਊਬਿਕਲ ਪੈਡਿਸਟਲ ਸਾਈਜ਼, ਜਿਹੜਾ ਥੱਲੇ ਆ ਜਿਹੜਾ ਥੱਲੇ ਭਰਿਆ ਇਹ ਫਾਊਂਡੇਸ਼ਨ 2400 ਰੁਪਏ ਦੀ, ਇਹ 8500 ਰੁਪਏ ਦੀ ਇਹ ਫਾਊਂਡੇਸ਼ਨ ਆ। ਅਰਥਿੰਗ ਪੈਨਲ 2400। ਆ ਜਿਹੜਾ ਇਹ ਜਿਹੜੀ ਹੈ ਨਾ, ਇਹ 8500 ਰੁਪਏ ਦੀ ਆ। ਤੇ ਅਰਥਿੰਗ ਆਫ ਪੈਨਲ, ਇਹਦੀ ਇੱਕ ਤਾਰ ਪਾ ਕੇ ਨਾ ਥੱਲੇ ਦੱਬੀ ਹੋਣੀ, 2500 ਰੁਪਏ ਦੀ ਹੋਊਗਾ। ਤੇ ਇਹ ਕਿ ਆਟੋਮੈਟਿਕ ਵੋਲਟੇਜ ਸਟੈਬਲਾਈਜ਼ਰ,
ਵੋਲਟੇਜ ਸਟੈਬਲਾਈਜ਼ਰ ਤਾਂ ਅਜੇ ਲੱਗਿਆ ਹੀ ਨਹੀਂ ਹੈ ਵੈਸੇ, ना कोई तार लगी है ਨਾ ਕੋਈ ਤਾਰ। ਆ ਦੇਖਿਓ ਕੋਈ ਤਾਰ ਹੈ ਇੱਥੇ, ਕੋਈ ਤਾਰ ਹੈ, ਕੋਈ ਕਿਊਬਿਕਲ, ਕੋਈ ਕੁਛ। ਉਹਦੀ ਪੇਮੈਂਟ ਤਾਂ ਇਹਨਾਂ ਨੇ ਕਰਦੀ, ਉਹਦੀ ਪੇਮੈਂਟ 5981 ਰੁਪਏ। कढ़िया हुआ बाहर इतों तारा पैनी ਆਹ ਜਿਹੜੀ ਤਾਰਾਂ ਨਾ ਅਜੇ ਪੈਣੀਆਂ, ਆ ਕੱਢਿਆ ਹੋਇਆ। पाइप कढ़िया हुआ ਸੋਲਰ ਲਾਈਟ ਤਾਂ ਨਹੀਂ ਹੈਗੀ? ਸੋਲਰ ਦਾ ਬੜੀ ਘੱਟ ਕੁਆਂਟੀ ਹੈ, ਕੋਈ ਨਵਾਂ ਹੀ ਟੈਕਨੋਲੋਜੀ ਆਈ ਹੈ ਜਾਪਾਨ ਤੋਂ, ਜਿਹੜੀ ਨਾਭਾ ਸਾਹਿਬ ਗੁਰਦੁਆਰੇ 'ਚ। नाल लाइट बढ़ रही है बिल्कुल ਆਹ ਦੇਖੋ, ਆਹ ਲਾਈਟ ਨਾਲ ਜਗ ਰਹੀ ਆ, नवी ਦੇਖੋ ਤੁਸੀਂ। ਆਹ ਨਵੀਂ ਲਾਈਟ 67000 ਰੁਪਏ ਦੀ ਲਾ ਦਿੱਤੀ। ਟੋਟਲ ਕਿੰਨੇ ਪੋਲ ਹੈ ਸ਼ਰਮਾ ਜੀ? 40 पहला भी एलईडी 23,31,000 ਰੁਪਏ ਪੇਮੈਂਟ ਕਰਦੀ, 3% ਲੈਸ ਤੇ ਹੈਗੀ ਹੈ। ਮੌਕੇ ਤੇ 40 ਲੱਗ ਗਏ। ਨਾ ਜੇ ਤਾਂ ਮੇਰੇ ਖਿਆਲ ਇੰਨੀ ਛੇਤੀ ਰਾਤ 40 ਤਾਂ ਕਿੱਥੇ ਲੱਗਣੀਆਂ, 10-15 ਲੱਗੀਆਂ ਜੀ। 40 ਅੱਜ ਰਾਤ ਨੂੰ ਲਾਣਗੇ ਨਾ, ਅੱਧੀ ਰਾਤ ਨੂੰ। ਫਿਰ ਇਹ 12 ਵਜੇ ਕੰਮ ਸ਼ੁਰੂ ਕਰਦੇ ਆ ਤੇ ਰਾਤ ਨੂੰ 5 ਵਜੇ ਤੱਕ ਕੰਮ ਕਰਦੇ ਆ। केड़ा गुरुद्वारा दिख रहा है है तो गुरुद्वारे के नेड़े जाने कोई गुरुद्वारा नहीं दिख रहा ਬੇਨਤੀ ਬਹੁਤ ਹੈ। ਬੜੀ ਮਿਹਨਤ ਹੈ, ਰਾਤ ਸਾਰੀ ਰਾਤ ਕਮਾਈ। ਇਹ ਕਾਲੇ ਕੰਮ ਰਾਤ ਨੂੰ ਹੀ ਹੁੰਦੇ ਆ। ਮਤਲਬ ਇਸ ਤੋਂ ਵੱਡੀ ਨਹੀਂ, ਇੱਕ ਤੁਸੀਂ ਇੱਕ ਧਾਰਮਿਕ ਸਥਾਨ ਨੂੰ ਤਾਂ ਬਖਸ਼ ਸਕਦੇ ਆ ਨਾ ਜੀ। ਕਿੱਡਾ ਮਹਾਨ ਸਥਾਨ ਆ ਨਾਭਾ ਸਾਹਿਬ, ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਭਾਈ ਜੈਤਾ ਜੀ ਲੈ ਕੇ ਆਏ ਸੀਗੇ। ਦਰਗਾਹੀ ਸਾਹਿਬ ਪੀਰ ਦੇ ਇੱਥੇ ਮਜ਼ਾਰ ਬਣੀ ਹੋਈ ਆ, ਸਾਰੀ ਰਾਤ ਉੱਥੇ ਉਹ ਰੱਖਿਆ ਗਿਆ। ਤਾਂ ਮਤਲਬ ਉਸ ਧਾਰਮਿਕ ਸਥਾਨ ਨੂੰ ਵੀ ਇਹ ਘਟੀਆ ਇਨਸਾਨ ਬਖਸ਼ ਨਹੀਂ ਰਹੇ। ਇਸ ਤੋਂ ਮਾੜੀ ਗੱਲ ਕਿਆ ਹੋ ਸਕਦੀ ਹੈ। ਮੈਂ ਬਹੁਤਾਂ ਕੇਸ ਤਾਂ, ਬਹੁਤ ਸਾਰੀਆਂ ਸੜਕਾਂ ਹੈਗੀਆਂ ਮੇਰੇ ਕੋਲ ਰਿਕਾਰਡ ਪਏ ਆ, ਜਿਨ੍ਹਾਂ ਦੀ ਪੇਮੈਂਟਾਂ ਹੋ ਗਈਆਂ, ਬਣੀਆਂ ਹੀ ਨਹੀਂ। ਮੈਂ ਤਾਂ ਸਿਰਫ ਇੱਕ ਲੋਕਾਂ ਨੂੰ ਵੀ, ਇਹ ਬੰਦੇ ਵੀ ਪ੍ਰਮਾਤਮਾ ਨੂੰ ਵੀ ਜਿਹੜੇ ਨਹੀਂ ਮੰਨਦੇ, ਪੈਸੇ ਖਾਣ ਲੱਗੇ, ਵੀ ਮਾੜਾ ਮੋਟਾ ਤਾਂ ਦੇਖਣ। ਪ੍ਰਧਾਨ ਜੀ ਦਾ ਕਹਿਣਾ ਜੀ ਜੋ ਕੰਮ ਹੋ ਰਿਹਾ ਹੈ ਮੇਰੇ ਤੋਂ ਆਉਣ ਤੋਂ ਪਹਿਲਾਂ ਤਾਂ ਪਾਸ ਹੋਇਆ ਹੋਇਆ ਕੰਮ ਹੈ। ਭਾਜੀ ਆ ਮਤਾ ਦੇਖ ਲਿਓ ਤੁਸੀਂ, ਰੈਜੂਲੇਸ਼ਨ ਦੀ ਕਾਪੀ। ਹੁਣ ਪ੍ਰਧਾਨ ਜੀ ਦਾ ਪੈਸੇ ਖਾ ਕੇ ਨਾ ਦਿਮਾਗ ਦੇ ਉੱਤੇ ਚਰਬੀ ਜ਼ਿਆਦਾ ਚੜ ਗਈ ਹੈਗੀ। ਹੁਣ ਮੈਂ ਕਿਆ ਕਰਾਂ। ਆਹ ਡੇਟ ਆ ਜੀ, ਰੈਜੂਲੇਸ਼ਨ ਦੀ ਕਾਪੀ ਹੈ। ਕਿੱਥੇ ਆ ਰੈਜੂਲੇਸ਼ਨ ਦੀ ਕਾਪੀ? ਹੁਣੇ ਮੈਂ ਲੈ ਰਿਹਾ, ਮੈਂ ਤੁਹਾਨੂੰ ਡੇਟ ਦੱਸੀ ਆ। ਆਹ ਆ ਕਾਪੀ, ਇਹਦੀ ਡੇਟ ਆ 24/3/2021। ਉਹਨਾਂ ਕੋਲ ਤਾਂ ਇਹ ਡਿਟੇਲ ਵੀ ਨਹੀਂ ਹੈਗੀ ਜੀ ਕਿ ਪੇਮੈਂਟ ਹੋਈ ਜਾਂ ਨਹੀਂ ਹੋਈ। ਭਾਜੀ ਚੈੱਕ ਤੇ ਸਾਈਨ ਪ੍ਰਧਾਨ ਦੇ ਹੁੰਦੇ ਆ, ਪੇਮੈਂਟ ਹੋਈ ਨਾ ਹੋਈ ਕਿਆ ਮਤਲਬ? ਚੈੱਕ ਪ੍ਰਧਾਨ ਕੋਲ ਆਂਦਾ, ਪ੍ਰਧਾਨ ਜਾ ਕੇ ਦੇਖਦਾ ਹੈਗਾ। ਆਹ ਡੇਟ ਆ ਮਤੇ ਦੀ ਕਾਪੀ ਲੈ ਲਿਓ, ਮੈਂ ਤਾਂ ਕਾਗਜ਼ ਤੇ ਦੇਖ ਰਿਹਾ 24/3/2021। ਮਤਾ ਨੰਬਰ 48 24/3/2021। ਚੈੱਕ ਕਰ ਲਿਓ ਵੀ ਕੌਣ ਪ੍ਰਧਾਨ ਤਾਂ। ਜਦ ਟੈਂਡਰ ਜਦੋਂ ਅਲਾਟ ਕਰੇ ਕਿਹੜਾ ਪ੍ਰਧਾਨ ਤਾਂ ਉਹ ਵੀ ਚੈੱਕ ਕਰ ਲਿਓ। ਵਰਕ ਆਰਡਰ ਦੇ ਆ 3 ਤਰੀਕ ਨੂੰ, ਕੌਣ? ਉਹਨੂੰ ਪਤਾ ਹੀ ਨਹੀਂ ਵੀ ਮੈਂ ਜੀਰਕਪੁਰ ਮਿਊਨਿਸਪਲ ਕਮੇਟੀ ਦਾ ਪ੍ਰਧਾਨ ਆ, ਦੱਸੋ। ਆ ਲੈ 24/3/2021। ਕੇਵਲ 27,20,000 ਰੁਪਏ ਦਾ ਇਹ ਅਨੁਮਾਨ ਮਾਨਯੋਗ ਪ੍ਰਧਾਨ ਜੀ ਦੀ ਆਗਿਆ ਅਨੁਸਾਰ ਅਤੇ ਵਾਰਡ ਮੈਂਬਰਾਂ ਨਾਲ ਵਿਚਾਰ ਕਰਕੇ ਬਣਾਇਆ ਗਿਆ। 27,20,000 ਰੁਪਏ ਦਾ ਇਹ ਅਨੁਮਾਨ ਮਾਨਯੋਗ ਪ੍ਰਧਾਨ ਜੀ ਦੀ ਆਗਿਆ ਅਨੁਸਾਰ ਵਾਰਡ ਮੈਂਬਰ ਨਾਲ ਵਿਚਾਰ ਕਰਕੇ ਬਣਾਇਆ ਗਿਆ। ਤੇ ਵਾਰਡ ਮੈਂਬਰ ਕੌਣ ਆ? ਕਾਨੂੰਗੋ ਸਾਹਿਬ ਦਾ ਬੇਟਾ ਹੈ। ਤੇ ਮਿਕਦਾਰ ਤੇ ਆਈਟਮ ਮੌਕੇ ਤੇ ਜ਼ਰੂਰਤ ਅਨੁਸਾਰ ਲਈਆਂ ਗਈਆਂ ਹਨ। ਅਦਾਇਗੀ ਮੌਕੇ ਤੇ ਕੰਮ ਅਨੁਸਾਰ ਕੀਤੀ ਜਾਵੇਗੀ। ਆਹ 27 ਲੱਖ, ਆਹ ਸਾਰਿਆਂ ਦੇ ਸਾਈਨ ਆ, ਪ੍ਰਧਾਨ ਜੀ ਦੇ, ਈਓ ਦੇ, ਸਾਰਿਆਂ ਦੇ ਐਸਟੀਮੇਟ ਤੇ। ਕਹਿ ਰਿਹਾ ਮੇਰੇ ਟਾਈਮ ਤੇ ਬਣਿਆ ਨਹੀਂ ਹੈ। ਆ ਲਿਓ ਕਾਪੀ, ਕੋਈ ਡਾਕੂਮੈਂਟ ਦੱਸੋ ਕਿਆ ਚੀਜ਼ ਆ? ਆ ਲਿਓ। ਸ਼ਰਮਾ ਜੀ ਤੁਹਾਡੇ ਵੱਲੋਂ ਕੀ ਕਾਰਵਾਈ ਇਸ ਤੇ ਅੱਗੇ ਕੀਤੀ ਹੈ? ਦੇਖੋ ਮੈਂ ਕੱਲ ਐਸਐਸਪੀ ਸਾਹਿਬ ਨੂੰ ਮਿਲ ਕੇ ਆਇਆ ਵੀ ਇਹ ਪਰਚਾ ਦਰਜ ਕਰੋ। ਇੰਬੈਜ਼ਲਮੈਂਟ ਆਫ ਫੰਡਸ ਹੈਗੀ ਆ, 420 ਆ, ਸਾਰਾ ਕੁਝ ਹੈਗਾ। ਪਰ ਐਡੇ ਬੇਸ਼ਰਮ ਹੋ ਗਏ ਅਫਸਰ, ਬੇਸ਼ਰਮ ਹੀ ਕਹੂੰਗਾ ਵੀ ਇਨਕੁਆਰੀ ਚਲਦੀ 'ਚ ਅੱਧੀ ਰਾਤ ਨੂੰ ਉੱਥੇ ਪੋਲ ਲਾ ਰਹੇ ਆ, ਔਰ ਪੋਲ ਵੀ ਬਿਲੋ ਸਪੈਸੀਫਿਕੇਸ਼ਨ ਅਬਾਵ ਰੇਟਸ ਤੇ ਜਿਹੜੇ ਲਾ ਰਹੇ ਆ। ਸੋ ਮੈਂ ਹੁਣ ਅਫਸਰਾਂ ਦੇ ਖਿਲਾਫ ਵੀ, ਪ੍ਰਿੰਸੀਪਲ ਸੈਕਟਰੀ ਲੋਕਲ ਗਵਰਨਮੈਂਟ, ਮੇਰੇ ਖਿਆਲ ਉਹਨਾਂ ਨੇ ਕਹਿਤਾ ਹੋਣਾ ਵੀ ਤੁਹਾਡੇ ਤੇ ਕਾਰਵਾਈ ਕਰਨੀ ਪੈਣੀ, ਨਹੀਂ ਤਾਂ ਤੁਸੀਂ ਅੱਧੀ ਰਾਤ ਨੂੰ ਲਾ ਦਿਓ। ਸੋ ਜਿਹੜੇ ਅਫਸਰ ਇਹਦੇ 'ਚ ਇਨਵੋਲਵ ਆ, ਪ੍ਰਧਾਨ ਆ, ਇਹਨਾਂ ਦੇ ਖਿਲਾਫ ਮੈਂ ਅੱਜ ਹਾਈ ਕੋਰਟ 'ਚ ਰਿਟ ਤਿਆਰ ਕਰਕੇ ਪਵਾ ਰਿਹਾ ਹੈਗਾ ਤਾਂ ਕਿ ਕਲਪਰੇਟ ਨੂੰ ਜਿਹੜੀ ਸਜ਼ਾ ਉਹ ਮਿਲੇ। ਸ਼ਰਮਾ ਜੀ, ਰੁਪਿੰਦਰ ਢਿੱਲੋਂ ਜੀ ਇੱਕ
ਪ੍ਰੈਸ ਕਾਨਫਰੰਸ ਕਰ ਰਹੇ ਆ ਉਹਨਾਂ ਦਾ ਆਰੋਪ ਹੈ ਕਿ ਤੁਹਾਡਾ ਜਿਹੜਾ ਪੈਟਰੋਲ ਪੰਪ ਹੈ ਉਹ ਸ਼ਾਮਲਾਤ ਜ਼ਮੀਨ 'ਚ ਹੈ। ਚਲੋ ਮੈਂ ਢਿੱਲੋਂ ਸਾਹਿਬ ਨੂੰ ਬੇਨਤੀ ਕਰਾਂ ਵੀ ਘੱਟ ਤੋਂ ਘੱਟ ਮੇਰੀ ਮਾਲਕੀ ਤਾਂ ਮੇਰੇ ਨਾਂ ਕਰਵਾ ਦਿਓ ਪੰਪ ਦੇ, ਤਾਂ ਕਿ ਮੈਂ ਉਹਨਾਂ ਤੋਂ ਹਿੱਸਾ ਲੈਂਦਾ ਹੋ ਜਾ। ਮੇਰੇ ਖਾਨਦਾਨ ਦਾ, ਮੇਰੇ ਕਿਸੇ ਭਰਾ ਦਾ, ਮੇਰੇ ਕਿਸੇ ਰਿਸ਼ਤੇਦਾਰ ਦਾ, ਕਿਸੇ ਦਾ ਵੀ ਪਹਿਲੀ ਗੱਲ ਤਾਂ ਆ ਵੀ ਪੰਪ 'ਚ 1 ਪੈਸੇ ਦਾ ਹਿੱਸਾ ਹੋਏ ਪੈਟਰੋਲ ਪੰਪ 'ਚ, ਠੀਕ ਹੈ, ਤਾਂ ਮੈਂ ਇਹ ਇਲੈਕਸ਼ਨ ਹੀ ਨਹੀਂ ਲੜੂੰਗਾ, ਛੱਡ ਦੂੰਗਾ। ਬਸ ਦਿਖਾ ਦਿਓ ਕੋਈ ਬੈਲੈਂਸ ਸ਼ੀਟ ਬਣਦੀ ਆ, ਕੋਈ ਡੀਡ ਬਣਦੀ ਆ, ਕੋਈ ਅਲਾਟਮੈਂਟ ਹੁੰਦੀ ਆ, ਕਿਹਦੇ ਨਾਂ 'ਤੇ ਹੁੰਦੀ ਆ, ਕਿਸੇ ਉਹ ਹੁੰਦੀ ਹੈ, ਸਮਝ ਗਏ। ਦੂਸਰੀ ਗੱਲ, ਮੇਰੇ ਛੋਟੇ ਬ੍ਰਦਰ ਦੇ ਨਾਂ 'ਤੇ ਉਹਦੀ ਬੈਕ ਸਾਈਡ 'ਤੇ ਪਿੱਛੇ ਇੱਕ ਜ਼ਮੀਨ ਹੈਗੀ ਆ ਜਿਹਦਾ ਟਾਈਟਲ ਸੁਪਰੀਮ ਕੋਰਟ ਤੋਂ ਭੰਖਰਪੁਰ ਦੇ ਲੋਕਾਂ ਦੇ ਹੱਕ 'ਚ ਡਿਸਾਈਡਡ ਹੈਗਾ ਆਲਰੇਡੀ। ਸੁਪਰੀਮ ਕੋਰਟ ਸਭ ਤੋਂ ਵੱਡੀ ਅਦਾਲਤ ਹੈਗੀ ਆ ਜਿਹੜੀ ਹਿੰਦੁਸਤਾਨ ਦੀ। ਤੇ ਸੇਮ ਜ਼ਮੀਨ ਜਿਸ ਤਰ੍ਹਾਂ ਮੇਰੇ ਬ੍ਰਦਰ ਨੇ ਖਰੀਦੀ ਸੀਗੀ, ਰਜਿਸਟਰੀ ਕਰਵਾਈ ਬਕਾਇਦਾ ਪੈਸੇ ਦੇ ਕੇ, ਪੁਰਾਣੀ ਖਰੀਦੀ ਹੋਈ ਆ, ਜਿਹੜੀ ਸਾਹਮਣੇ ਮੈਕਡੀ ਵਗੈਰਾ ਕੇਬਲ ਜਿਹੜਾ ਢਿੱਲੋਂ ਕਾਂਗਰਸ ਦਾ ਐਮਐਲਏ ਆ ਜਿਹਨੇ ਸਾਰਾ ਪ੍ਰੋਜੈਕਟ ਬਣਾਇਆ ਹੋਇਆ, ਦੀ ਕੈਥਲੋਨ ਮੈਟਰੋ ਵਗੈਰਾ ਸਾਰਾ ਸਟੇਟਸ ਉਸ ਜ਼ਮੀਨ ਦਾ ਹੈਗਾ। ਜਿਹੜੀ ਸੁਖਨਾ ਪੇਪਰ ਮਿਲ 'ਚ ਜਿਹੜੀ ਕਲੋਨੀਆਂ ਬਣੀਆਂ ਸਾਰੀਆਂ ਸੇਮ ਸਟੇਟਸ ਉਸ ਜ਼ਮੀਨ ਦਾ ਵੀ ਹੈ, ਪਰ ਉਹ ਜ਼ਮੀਨ ਸੁਪਰੀਮ ਕੋਰਟ ਤੱਕ ਨਹੀਂ ਗਈ। ਇਹ ਜ਼ਮੀਨ ਸੁਪਰੀਮ ਕੋਰਟ ਤੱਕ ਜ਼ਿਮੀਂਦਾਰਾਂ ਨੇ ਆਪਣੇ ਹੱਕ 'ਚ ਟਾਈਟਲ ਕਰਕੇ ਕਰਿਆ ਗਿਆ। ਜਿਹੜਾ ਪੈਟਰੋਲ ਪੰਪ ਆ, ਇਹਨਾਂ ਨੂੰ ਕੋਈ ਇੱਕ ਸਿੰਗਲ ਸਬੂਤ ਦੇ ਦੇ ਵੀ ਇਹ ਪੈਟਰੋਲ ਪੰਪ ਦਾ ਮਾਲਕ ਮੇਰਾ ਕੋਈ ਭਰਾ ਆ, ਕੋਈ ਬੈਲੈਂਸ ਸ਼ੀਟ, ਕੋਈ ਕਾਗਜ਼, ਕੋਈ ਰਿਲਾਇੰਸ ਕੰਪਨੀ ਦੀ ਕੋਈ ਅਲਾਟਮੈਂਟ ਮੇਰੇ ਨਾਲ। ਪਹਿਲਾਂ ਵੀ ਇਹਨਾਂ ਨੇ ਕਿਸਾਨਾਂ ਨੂੰ ਕਹਿ ਕੇ ਉਹਨਾਂ ਦਾ ਵਿਚਾਰੇ ਦੇ ਪੈਟਰੋਲ ਪੰਪ ਓਨਰ ਦੇ ਅੱਗੇ ਧਰਨਾ ਲਾ ਕੇ ਬੈਠੇ ਰਹੇ। ਉਹ ਬ੍ਰਿਗੇਡੀਅਰ ਹੈਗੇ ਆ ਚੰਡੀਗੜ੍ਹ ਤੋਂ, ਉਹਨਾਂ ਦਾ ਪੈਟਰੋਲ ਪੰਪ ਆ। ਸੋ ਇਹ ਮੇਰੇ ਹੀ ਪੈਟਰੋਲ ਪੰਪ ਬਣਾਈ ਜਾਂਦੇ ਆ। ਪਿੱਛੇ ਕਲੱਬ ਸੀਗਾ ਜਿਹੜਾ ਉਹ ਸੀ ਤੁਹਾਡਾ ਨਾ, ਕਲੱਬ ਨਹੀਂ, ਉਹ ਜਗ੍ਹਾ ਹੈਗੀ 2 ਕਨਾਲ ਪਿਛਲੇ ਪਾਸੇ। ਪਿੱਛੇ ਬਹੁਤ ਟਾਈਮ ਪਹਿਲਾਂ ਖੋਲ੍ਹਿਆ ਹਾਂ ਸੀ ਇੱਕ, ਹਾਂ ਉਹ ਬੰਦਾ ਸੀਗਾ ਕੋਈ, ਉਹਨੇ ਕਿਰਾਏ ਤੇ ਲਈ ਸੀ, ਬੜੀ ਪੁਰਾਣੀ ਗੱਲ ਹੈਗੀ ਆ ਥੋੜ੍ਹੀ ਜਿਹੀ। ਕਨਾਲ ਪਤਾ ਨਹੀਂ 2 ਕਨਾਲ ਜਗ੍ਹਾ ਛੋਟੇ ਬ੍ਰਦਰ ਦੇ ਨਾਂ 'ਤੇ ਆ, ਪਰਮਿੰਦਰ ਦੇ ਨਾਂ 'ਤੇ। ਬੈਕ ਸਾਈਡ 'ਤੇ ਉਹ ਸਾਡੀ ਜਗ੍ਹਾ ਖਾਲੀ ਪਈ ਆ, ਉਹਨੂੰ 11 ਫੁੱਟ ਚੌੜਾ ਰਸਤਾ ਹੈਗਾ, ਰਜਿਸਟਰੀ ਕਰਾਈ ਬਕਾਇਦਾ ਅੱਜ ਤੋਂ ਕੋਈ 10 ਭੰਖਰਪੁਰ ਤੋਂ ਖੜੇ ਆ। ਇਹਨਾਂ ਨੂੰ ਪੁੱਛ ਲਿਓ ਕਿ ਸੁਪਰੀਮ ਕੋਰਟ ਤੱਕ ਗਿਆ ਹੈਗਾ, ਇਹਨਾਂ ਨੂੰ ਸਾਰਾ ਸਟੇਟਸ ਪਤਾ। ਉਹਦੇ 'ਚ ਜਿਹੜਾ ਕੇਸ ਗਿਆ, ਉਹਨਾਂ ਨੇ 2 ਜ਼ਮੀਨਾਂ ਕੈਟੇਗਰਾਈਜ਼ ਕਰੀਆਂ ਸੀਗੀਆਂ। ਇੱਕ ਜਿਹੜੀ ਜ਼ਮੀਨ ਉੱਥੇ ਦੇ ਨੰਬਰਦਾਰਾਂ ਦੇ ਨਾਂ 'ਤੇ ਸੀਗੀ ਭੰਖਰਪੁਰ ਦੀ, ਬਹੁਤ ਪੁਰਾਣੀ, ਜਦੋਂ ਇਹ ਮਰੱਬੇਬੰਦੀ ਹੋਈ ਆ, ਕੋਮਨ ਜ਼ਮੀਨ ਪਿੰਡ ਦੇ ਨੰਬਰਦਾਰਾਂ ਦੇ ਨਾਂ 'ਤੇ ਛੱਡਤੀ ਸੀਗੀ। ਤੇ ਕੁਝ ਜ਼ਮੀਨ ਜਿਹੜੀ ਨਗਰ ਪੰਚਾਇਤ ਭੰਖਰਪੁਰ ਦੀ ਸਾਮਲਾਟ ਸੀਗੀ। ਸੋ ਉਹ ਜਿਹੜੀ ਸਾਮਲਾਟ ਜ਼ਮੀਨ ਆ, ਉਹਦਾ ਅਜੇ ਵੀ ਕੇਸ ਮੇਰਾ ਖਿਆਲ ਪੈਂਡਿੰਗ ਪਿਆ। ਜਿਹੜੀ ਨੰਬਰਦਾਰਾਂ ਦੇ ਨਾਂ 'ਤੇ ਸੀਗੀ, ਉਹ ਸੁਪਰੀਮ ਕੋਰਟ ਨੇ ਉਹਦੀ ਟਾਈਟਲ ਮਾਲਕੀ ਜਿਹੜੀ ਡਿਸਾਈਡ ਕਰਤੀ ਸੀਗੀ। ਹੁਣ ਇਹ ਠੱਗੀਆਂ ਮਾਰ ਕੇ, ਚੋਰ ਚਪੋਰੀਆਂ ਕਰਕੇ ਇੰਨੇ ਕੁ ਤੰਗ ਹੋ ਗਏ ਵੀ ਕਿਸੇ ਦੂਸਰੇ ਦੀਆਂ ਪ੍ਰਾਪਰਟੀਆਂ ਮੇਰਾ ਨਾਂ ਬਣਾ ਕੇ ਉਹਨੂੰ ਪੇਸ਼ ਕਰਨੇ ਦੀ ਕੋਸ਼ਿਸ਼ ਕਰ ਰਹੇ ਆ। ਪਰ ਜੇ ਉਹ ਇਸ ਗੱਲ ਤੇ ਪ੍ਰੈਸ ਕਾਨਫਰੰਸ ਕਰ ਰਿਹਾ, ਜਿਸ ਤਰ੍ਹਾਂ ਤੁਸੀਂ ਕਿਹਾ, ਉਹਨੂੰ ਜ਼ਰੂਰ ਪੁੱਛ ਲਿਓ ਵੀ ਸ਼ਰਮਾ ਜੀ ਤਾਂ ਕੱਲਾ ਡਾਕੂਮੈਂਟ ਦਿਖਾਉਂਦੇ ਆ, ਠੀਕ ਹੈ ਨਾ। ਮੈਂ ਜਿਹੜੀ ਪ੍ਰੈਸ ਕਾਨਫਰੰਸ ਕਰਦਾ ਆਹ ਡਾਕੂਮੈਂਟਾਂ ਦੇ ਆਧਾਰ ਤੇ ਕਰਦਾ ਹੈਗਾ, ਕੁਛ ਵੀ ਡਾਕੂਮੈਂਟਾਂ ਤੋਂ ਅਗੇਂਸਟ ਜਾ ਕੇ ਨਹੀਂ ਕਰਦਾ। ਵੀ ਤੁਸੀਂ ਕਿਰਪਾ ਕਰਕੇ ਇੱਕ ਸਬੂਤ ਦਿਖਾ ਦਿਓ ਵੀ ਪੈਟਰੋਲ ਪੰਪ 'ਚ LK ਸ਼ਰਮਾ ਦੀ ਮਾਲਕੀ ਆ। ਦੇਖੋ ਜ਼ਮੀਨ ਤਾਂ ਉੱਥੇ ਜ਼ਿਮੀਂਦਾਰਾਂ ਦੀ 1000 ਏਕੜ ਪਈ ਆ, ਜਾਂ ਕੇਬਲ ਢਿੱਲੋਂ ਦੀ ਇੱਕ, ਚਲੋ ਮੈਂ ਸਾਰੀ ਤਾਂ ਨਹੀਂ ਕਹਿੰਦਾ, ਇੱਕ ਖੁੰਝਾ ਜਿਹਾ ਢਵਾ ਦੇ, ਮੈਂ ਜਿਹੜੀ ਉਹ ਕਨਾਲ 2 ਕਨਾਲ ਮੇਰੀ ਜ਼ਮੀਨ ਆ ਢਿੱਲੋਂ ਸਾਹਿਬ ਦੇ ਨਾਲ ਰਜਿਸਟਰੀ ਕਰਵਾ ਦੂੰਗਾ, ਆਪਣੀ ਭੈਣ ਦੀ ਵੀ ਕਰਵਾਈ ਗਿਆ ਹੈ, ਠੀਕ ਹੈ ਨਾ। ਜੇ ਇਹ ਹੜਕ ਗਿਆ ਤਾਂ ਛਡਵਾ ਦੇ। ਭਾਜੀ ਉਹ ਰੋਜ਼ ਇੱਥੇ ਇੱਕ ਸੋਸ਼ਲ ਵਰਕਰ ਆ ਚੌਧਰੀ ਸਾਹਿਬ, ਤੁਸੀਂ ਦੇਖੋ ਵੀ 36 ਲੱਖ ਦਾ ਥੜਾ ਤੇ 7.5 ਲੱਖ ਦੀ ਮੂਰਤੀ, 42.5 ਲੱਖ ਰੁਪਈਆ ਉਸ ਤੇ ਲੱਗਿਆ ਹੈਗਾ। ਘਪਲਾ ਮੈਂ ਨਹੀਂ ਕਹਿੰਦਾ, ਤੁਸੀਂ ਜਾ ਕੇ ਚੈੱਕ ਕਰ ਲਿਓ ਵੀ 42.5 ਲੱਖ ਦਾ ਹੈ ਸਮਾਂ। ਇੱਥੇ 50 ਲੱਖ 'ਚ 38 ਲੱਖ 'ਚ ਕੰਮ ਹੋਣਾ ਤਾਂ 1 ਕਰੋੜ ਰੁਪਈਆ ਹੋ ਗਿਆ। ਜੀਰਕਪੁਰ ਦੇ ਸਾਰੇ ਡੀਲਰਾਂ ਤੋਂ ਪੈਸੇ ਇਕੱਠੇ ਕਰੇ, ਮੇਰੇ ਪਾਸ ਰਸੀਦਾਂ ਪਈਆਂ, ਫੈਕਟਰੀਆਂ ਵਾਲਿਆਂ ਤੋਂ ਪੈਸੇ ਲਏ, ਕਿੱਥੇ ਗਏ, ਕਿਆ ਗਏ। ਹੁਣ ਮੈਂ ਇਸ ਕਰਕੇ ਮੈਂ ਬਹੁਤਾ ਧਾਰਮਿਕ ਮਸਲਾ, ਮੰਦਿਰ, ਗੁਰਦੁਆਰੇ, ਮਸਜਿਦਾਂ 'ਚ ਮੈਂ ਕਦੀ ਪੈਂਦਾ ਨਹੀਂ। ਇਹ ਵੀ ਸਿਰਫ ਇੱਕ ਮਹਾਨ ਇਤਿਹਾਸਿਕ ਸਥਾਨ ਦੇ ਨਾਂ 'ਤੇ ਸਿੱਧੀ ਉਹ ਠੱਗੀ ਵੱਜੀ ਆ। ਮਤਲਬ ਇਹ ਪੋਲ ਜਿਹੜਾ 10,000 ਦੀ ਲਾਈਟ ਆ, ਉਹ 60,000 ਦੀ ਲਾਈ ਆ, 60,000 ਦੀ ਵੀ ਨਹੀਂ ਲਾਈ, ਬਿਨਾਂ ਲਏ ਕਰੀ। ਔਰ ਉਸ ਕੰਮ ਨੂੰ ਪਰਦਾ ਪਾਉਣ ਵਾਸਤੇ ਰਾਤ ਨੂੰ 11 ਵਜੇ ਤੱਕ ਇਹ ਕੰਮ ਕਰਦੇ ਆ। ਮੈਂ ਰਾਤ 11 ਵਜੇ ADC ਨੂੰ ਵੀ, ਸੈਕਟਰੀ ਸਾਹਿਬ ਨੂੰ ਵੀ, ਸਾਰਿਆਂ ਨੂੰ ਫੋਟੋਆਂ ਭੇਜਤੀਆਂ ਸੀ ਰਾਤ WhatsApp 'ਤੇ।
ਉਹਨਾਂ ਨੇ ਦੇਖ ਵੀ ਲਈਆਂ, ਉਹਨਾਂ ਨੇ ਕਹਿ ਵੀ ਦਈਆਂ। ਜਿਹੜੇ ਹੁਣ ਅੱਧੀ ਰਾਤ ਨੂੰ ਜਿਹੜੇ ਅਫਸਰ ਕੰਮ ਕਰਵਾ ਰਹੇ ਆ, ਤੁਸੀਂ ਦੇਖੋ ਸਸਪੈਂਡ ਦਾ ਕਿਆ ਕਰਨਾ, ਸੋਕਾਸ ਨੋਟਿਸ ਵੀ ਨਹੀਂ ਹੁਣ ਤੱਕ ਹੋਇਆ, ਕੌਗਨੀਜੈਂਸ ਵੀ ਨਹੀਂ ਕੋਈ ਲਿਆ ਹੈਗਾ। ਯਾਨੀ ਇਸ ਲੈਵਲ ਤੱਕ ਅਫਸਰ ਤੇ ਸਾਰੇ ਵਿਕ ਚੁੱਕੇ ਆ। ਮੈਂ ਤਾਂ ਇਹੀ ਕਹੂੰਗਾ ਹੁਣ ਹਾਈ ਕੋਰਟ ਜਾਵਾਂਗੇ ਜੀ, ਸਾਰਾ ਕੁਝ ਸਬੂਤ ਲੈ ਕੇ, ਟੈਂਡਰ ਦੀਆਂ ਕਾਪੀਆਂ ਸਾਰਾ ਕੁਝ ਲਾ ਕੇ ਇਹਨਾਂ ਨੂੰ ਅੰਦਰ ਕਰਾਵਾਂਗੇ। ਬਾਪ ਪੁੱਤ ਨੂੰ ਛੱਡਦਾ ਨਹੀਂ।